अस्सलाम वालेकुम व्यूअर्स, मैं ਤੁਹਾਡਾ ਹੋਸਟ ਹਫੀਜ਼ ਤਾਹਿਰ ਤੇ ਪ੍ਰੋਗਰਾਮ ਤੁਹਾਡਾ ਪਸੰਦੀਦਾ ਪੋਡਕਾਸਟ ਵਿਦ ਹਫੀਜ਼ ਤਾਹਿਰ। ਲਓ ਜੀ, ਅੱਜ ਅਸੀਂ ਆਪਣੇ ਇਸ ਪੋਡਕਾਸਟ ਦਾ ਜਿਹੜਾ ਆਗਾਜ਼ ਹੈ ਔਰ ਉਹਦੀ ਜਿਹੜੀ ਸ਼ੁਰੂ ਹੋਏ ਔਰ ਜਿਹੜੀ ਇਹਦੀ ਇਬਤਦਾ ਹੈ ਉਹ ਅਸੀਂ ਇੱਕ ਲਤੀਫੇ ਤੋਂ ਕਰਨੇ ਆ। ਤੇ ਇੱਕ ਸਰਦਾਰ ਜੀ ਸਨ। ਲਓ ਦੱਸੋ, ਜਦੋਂ ਲਤੀਫੇ ਦਾ ਜ਼ਿਕਰ ਹੋਏ ਤਾਂ ਸਰਦਾਰ ਜੀ ਦਾ ਜ਼ਿਕਰ ਹੁੰਦਾ ਅਤੇ ਸਾਰੇ ਲਤੀਫੇ ਜਿਹੜੇ ਉਹ ਸਰਦਾਰ ਜੀ ਦੇ ਨਾਲ ਹੀ ਮੁਨਸਲਿਕ ਹੁੰਦੇ। ਗੱਲ ਇਹ ਵੇ ਕਿ ਸਰਦਾਰ ਜੀ ਜਿਹੜੇ ਨੇ ਉਹ ਅਸੀਂ ਸਿੰਬੋਲਿਕਲੀ ਯੂਜ਼ ਕਰਨੇ ਆ। ਅਦਰਵਾਈਜ਼ ਸਿੱਖਾਂ ਨੇ ਤਾਂ ਦੁਨੀਆ ਦੇ ਵਿੱਚ ਬੜੇ ਕਾਰਹਾਏ ਨਮਾਇਆ ਅੰਜਾਮ ਦਿੱਤੇ। ਤੁਸੀਂ ਦੇਖੋ ਨਾ, ਆਪਣਾ ਪੰਜਾਬ ਦੇ ਵਜ਼ੀਰ ਆਲਾ ਵੀ ਇੱਕ ਸਰਦਾਰ ਜੀ ਸਨ, ਔਰ ਫਿਰ ਇੰਡੀਆ ਦੇ ਬੜੇ ਮਸ਼ਹੂਰ ਜਿਹੜੇ ਹੈਗੇ ਸਨ ਸਰਬਰਾਹ ਵਜ਼ੀਰ ਆਜ਼ਮ ਮਨਮੋਹਨ ਸਿੰਘ, ਉਹ ਵੀ ਸਰਦਾਰ ਸਨ। ਔਰ ਬਹੁਤ ਪਹਿਲੇ ਆਪਣਾ IBM ਜਿਹੜਾ ਅਦਾਰਾ ਹੈ ਇੰਗਲੈਂਡ ਵਿੱਚ ਜਿਹੜਾ ਉਹਦਾ ਸਰਬਰਾਹ ਸੀ, ਉਹ ਵੀ ਸਰਦਾਰ ਜੀ ਸਨ। ਤਾਂ ਸਰਦਾਰ ਜੀ ਦੀ ਜਿਹੜੀ ਕੌਮ ਔਰ ਨਸਲ ਜਿਹੜੀ ਹੈ ਉਹ ਬੜੀ ਬਹਾਦਰ ਔਰ ਬੜੀ ਖੂਬਸੂਰਤ ਨਸਲ ਔਰ ਕੌਮ। ਮਗਰ ਇਹ ਵੀ ਕਿ ਅਸੀਂ ਕਿਉਂਕਿ ਇੱਕ ਸਿੰਬੋਲਿਕ ਗੱਲ ਬਣਾ ਲਈਏ ਕਿ ਜਿਹੜਾ ਲਤੀਫਾ ਹੋਏਗਾ ਉਹ ਸਰਦਾਰ ਜੀ ਦੇ ਨਾਲ ਮੁਨਸਲਿਕ ਹੋਏਗਾ। ਤਾਂ ਚਲੋ ਉਹਨੂੰ ਅਸੀਂ ਇਸ ਤਰ੍ਹਾਂ ਦੇਖਦੇ ਹਾਂ ਕਿ ਇੱਕ ਸਰਦਾਰ ਜੀ ਸਨ। ਚਲੋ, ਅਤੇ ਤੁਸੀਂ ਸਮਝੋ ਕਿ ਉਹ ਸਰਦਾਰ ਇਸ ਲਈ ਮੈਂ ਹਾਂ, ਅਤੇ ਮੈਂ ਉਹ ਤੁਹਾਨੂੰ ਪੂਰੀ ਜਿਹੜੀ ਐਨੈਕਟਮੈਂਟ ਦੱਸਣਾ, ਜਿਹੜੀ ਤੁਹਾਨੂੰ ਮੈਂ ਸੁਣਾਉਣ ਜਾ ਰਿਹਾ ਲਤੀਫਾ, ਉਹ ਕਿਸ ਤਰ੍ਹਾਂ ਵਾਕਿਆ ਹੋਇਆ। ਤਾਂ ਇੱਕ ਸਰਦਾਰ ਜੀ ਸਨ ਅਤੇ ਉਹ ਇੱਕ ਹੋਟਲ 'ਚ ਬੈਠੇ ਸਨ ਅਤੇ ਉਹਨਾਂ ਦੇ ਸਾਹਮਣੇ ਚਾਹ ਦਾ ਇੱਕ ਕੱਪ ਪਿਆ ਸੀ, ਅਤੇ ਉਹ ਚਾਹ ਨੂੰ ਇੰਝ ਚਮਚਾ ਹਿਲਾਉਂਦੇ ਸਨ ਅਤੇ ਚਮਚਾ ਕੱਢ ਕੇ ਅਤੇ ਇੰਝ ਚੱਖਦੇ ਸਨ ਅਤੇ ਬੜ ਕਹਿੰਦੇ ਸਨ ਥੋੜ੍ਹੀ ਦੇਰ ਬਾਅਦ ਫਿਰ ਚਮਚਾ ਹਿਲਾਉਂਦੇ ਸਨ ਇੰਝ ਕਰਕੇ, ਫਿਰ ਥੋੜ੍ਹੀ ਜਿਹੀ ਚਾਹ ਪਾ ਕੇ ਉਹਦੇ 'ਚ ਫਿਰ ਚੱਖਦੇ ਸਨ ਅਤੇ ਫਿਰ ਕਹਿੰਦੇ ਸਨ ਅਤੇ ਜਦੋਂ ਇਹਨਾਂ ਨੇ ਇਹ ਕੰਮ 2-3 ਵਾਰੀ ਕੀਤਾ ਅਤੇ ਜਿਹੜਾ ਬਹਿਰਾ ਸੀ ਨਾ ਉਹਨਾਂ ਦੇ ਕੋਲ ਆਇਆ, ਉਹਨੇ ਕਿਹਾ, ਸਰਦਾਰ ਜੀ ਤੁਸੀਂ ਇਹ ਕੀ ਪੇ ਕਰਦੇ ਹੋ? ਚਮਚਾ ਲਾਉਂਦੇ ਹੋ, ਚੱਕਦੇ ਹੋ ਅਤੇ ਭੈੜਾ ਜਿਹਾ ਮੂੰਹ ਬਣਾਉਂਦੇ ਹੋ। ਉਹਨੇ ਕਿਹਾ ਵੀ ਗੱਲ ਹੈ ਵੇ, ਮੈਂ ਇਸ ਗੱਲ 'ਤੇ ਗੌਰ ਕਰੀ ਜਾ ਰਿਹਾ ਕਿ ਅਗਰ ਚਾਹ ਵਿੱਚ ਖੰਡ ਨਾ ਪਾਈਏ ਅਤੇ ਭਾਵੇਂ 100 ਵਾਰੀ ਚਮਚਾ ਹਿਲਾਈਏ ਅਤੇ ਉਹ ਮਿੱਠੀ ਨਹੀਂ ਹੁੰਦੀ। ਕੈਸਾ ਲੱਗਾ ਇਹ ਲਤੀਫਾ? ਲੇਕਿਨ ਕਦੀ ਤੁਸੀਂ ਇਸ ਲਤੀਫੇ 'ਤੇ ਗੌਰ ਤਾਂ ਕਰੋ, ਅਤੇ ਲਤੀਫਾ ਹੈ ਹੀ ਨਹੀਂ, ਇਹ ਤਾਂ ਇੱਕ ਬਹੁਤ ਸਾਦਾ ਸਿੱਧੀ ਔਰ ਤਸੱਵੁਫ ਦੀ ਗੱਲ ਹੈ ਕਿ ਅਗਰ ਕਿਸੇ ਕੰਮ ਦੇ ਵਿੱਚ ਨੀਅਤ ਸ਼ਾਮਿਲ ਨਾ ਹੋਵੇ, ਅੱਛੀ ਨੀਅਤ ਸ਼ਾਮਿਲ ਨਾ ਹੋਵੇ, ਤਾਂ ਕੰਮ ਕਦੀ ਟੋਰ ਨਹੀਂ ਚੜ੍ਹਦਾ। ਤੁਸੀਂ ਦੇਖਿਆ ਹੋਏਗਾ ਕਿ ਤੁਸੀਂ ਇਹ ਸਮਝੋ ਕਿ ਜਿਵੇਂ ਇਹ ਚਾਹ ਪੀਣਾ ਜਾਂ ਚਾਹ ਬਣਾਉਣਾ ਜਾਂ ਚਾਹ ਰੱਖਣਾ ਇਹ ਇੱਕ ਅਮਲ ਹੈ, ਇੱਕ ਕੰਮ ਹੈ, ਲੇਕਿਨ ਤੁਸੀਂ ਇਹਦੇ ਵਿੱਚ ਖੰਡ ਨਹੀਂ ਪਾਈ ਅਤੇ ਇਹਨੂੰ ਹਿਲਾਈ ਜਾਓ, ਇਹਨੂੰ ਕੋਈ ਮਿੱਠੀ ਹੋ ਜਾਣਾ। ਅਤੇ ਜੇ ਤੁਸੀਂ ਕੰਮ ਟੁਰ ਪਿਆ ਤਾਂ ਤੁਹਾਡੀ ਨੀਅਤ ਨਹੀਂ ਠੀਕ, ਤਾਂ ਕੰਮ ਨਹੀਂ ਹੋਣਾ, ਜਾਂ ਹੋਏਗਾ ਤਾਂ ਉਸ ਉਮੀਦ ਦੇ ਮੁਤਾਬਿਕ, ਉਸ ਤਵੱਕੁ ਦੇ ਮੁਤਾਬਿਕ ਹਰਗਿਜ਼ ਨਹੀਂ ਹੋਏਗਾ। ਤੁਸੀਂ ਕਦੀ ਗੌਰ ਕਰੋ ਕਿ ਤੁਸੀਂ ਟੁਰ ਪਏ ਹੋ ਕਿਸੇ ਭੈੜੇ ਕੰਮ, ਤੁਸੀਂ ਦੇਖੋਗੇ ਕਿ ਤੁਹਾਨੂੰ ਭੈੜੇ ਲੋਕ ਮਿਲਣਗੇ, ਤੁਹਾਡੇ ਵਾਸਤੇ ਉਸ ਬੁਰੇ ਕੰਮ ਦੇ ਰਸਤੇ ਖੁੱਲ੍ਹਣੇ ਸ਼ੁਰੂ ਹੋ ਜਾਣਗੇ, ਔਰ ਤੁਹਾਨੂੰ ਅੱਗੇ ਵੱਧ ਕੇ ਬੁਰਾਈਆਂ ਜਿਹੜੀਆਂ ਤੁਹਾਡੇ ਰਸਤੇ 'ਚ ਆਉਣਗੀਆਂ, ਔਰ ਤੁਹਾਨੂੰ ਗਾਈਡੈਂਸ ਹੋਏਗੀ ਕਿ ਤੁਸੀਂ ਇਸ ਬੁਰੇ ਕੰਮ ਨੂੰ ਕਰੋ। ਤੁਸੀਂ ਬੈਂਕ ਲੁੱਟਣ ਚੱਲੇ ਹੋ ਅਤੇ ਤੁਹਾਨੂੰ ਬੇਸ਼ੁਮਾਰ ਲੋਕ ਐਸੇ ਮਿਲਣਗੇ ਜਿਹੜੇ ਤੁਹਾਨੂੰ ਬੈਂਕ ਲੁੱਟਣ ਦਾ ਤਰੀਕਾ ਦੱਸਣਗੇ ਕਿ ਬੈਂਕ ਕਿਵੇਂ ਲੁੱਟੀਦਾ। ਤੁਸੀਂ ਕੋਈ ਨਸ਼ਾ ਕਰਨ ਜਾ ਰਹੇ ਹੋ ਤਾਂ ਤੁਹਾਨੂੰ ਨਸ਼ਾ ਵੇਚਣ ਵਾਲੇ ਤੁਹਾਡੇ ਆਸ-ਪਾਸ ਹੋਣਗੇ। ਤਾਂ ਇਸ ਤਰ੍ਹਾਂ ਜਿਹੜੀ ਨੀਅਤ ਹੈ ਉਹ ਤੁਹਾਡੀ ਜ਼ਿੰਦਗੀ ਵਿੱਚ ਬੜੀ किरदार अदा करती है। और अगर हम किसी अच्छी नीयत से चल पड़ें तो हमारे सामने अच्छे रास्ते खुलते चले जाते हैं। आप सोचें, आप कहें कि जी मैंने इस्लाम की खिदमत के लिए निकलना, आपको सारे लोग मिलना शुरू हो जाएंगे जो आपको उस तरफ का रास्ता दिखाएंगे। और अगर आप कहें कि मैंने फलाह बहबूद का काम करना है, अब्दुस्तारीदी को फॉलो करना है, तो आपको उस तरह के लोग मिलना शुरू हो जाएंगे जो आपको अब्दुस्तारीदी की राह पर चला देंगे। तो इस तरह मसला है नीयत का। अगर आपकी नीयत अच्छी और मज़बूत हो, और वो तो आपने इस्लाम का असूल है कि तमाम अमाल की बुनियाद जो है वह नीयतों पर है, तो ये जो असूल है इसको ज़रा पूरी ज़िंदगी पर फैला कर तो देखें। अब यहाँ क्या होता ये है, आप भी जानते हैं और मैं भी जानता हूँ, न किसी हुकूमत पे तनकीद, न किसी ब्यूरोक्रेट के ख़िलाफ़ कोई बात, कुछ नहीं, सिर्फ ये
کہ ہمارے پاکستان میں، ہمارے ملک میں جو اگر کوئی اچھا کام بھی کیا جاتا ہے تو اس کے پیچھے ایک بری نیت چھپی ہوتی ہے. مثلاً اب ہر سال سیلاب آتے ہیں اور اس دفعہ تو حد ہو گئی، مگر آپ دیکھیں گے کہ اس کی فلاح اس کے توڑ کے لیے اور سیلاب آئندہ آنے والے سیلابوں کے سامنے پشتہ باندھنے کے لیے یا ان کے مستقل حل کے لیے کوئی کام نہیں کیا جائے گا. صرف وقتی طور پر اس سیلاب کو ہم بین الاقوامی طور پر بھی سیل کریں گے کہ ہمیں امداد آئے، اور وہ امداد ادھر ادھر غرق ہو جائے گی، کھانے والے کھا جائیں گے، اور جن کو ضرورت ہے ان تک وہ امداد نہیں پہنچے گی، اور نہ ہی کوئی اس کا مستقل علاج کیا جائے گا. دیکھیے نا، اب سیلاب کے کئی علاج ہیں. نمبر 1 تو یہ ہے کہ کلائمیٹ جو ہے اس کی حفاظت کی جائے. کلائمیٹ کو ہم نے تباہ کر دیا، گرمی، گلوبل وارمنگ ہو گئی، گلیشیئر پگھل گئے، بارشیں ضرورت سے زیادہ ہو رہی ہیں اور بغیر وقت کے ہو رہی ہیں، اور اس طرح پھر ان کی وجہ سے جو سیلاب آ رہے ہیں ان کے تباہ کاریوں سے کون واقف نہیں. مگر کبھی کسی نے سوچا کہ اگر ہم کالا باغ ڈیم بنا لیتے اور باقی ڈیم وقت پہ مکمل کر لیتے تو آج ہمیں سیلاب کی ایسی تباہ کاریوں کا سامنا نہ کرنا پڑتا. مگر ہم نے ایسا نہیں کیا. ہم نے ڈیموں کو سیاست کی نظر کر دیا، صرف لوگوں کے اندر لوگوں سے ووٹ لینے کے لیے. میں اس بات پر اپنے ساتھ متفق ہوں اور آپ بھی میرے ساتھ متفق ہوں گے کہ اس ڈیم کی مخالفت میں انڈیا کا بھی ہاتھ ہے. ہندوستان نے بھی اپنے لوگوں کو یہاں پلانٹ کیا، جس نے سادہ لوگوں کو اپنے ساتھ ملایا اور ان میں یہ بات پھیلا دی کہ ڈیم بنانے سے آپ کی فصلیں تباہ ہو جائیں گی، آپ کے شہر ڈوب جائیں گے وغیرہ وغیرہ. اور وہ ایک عجیب و غریب سچویشن ڈیولپ ہوگی جسے ہمارے پولیٹیشین نے اپنے اینڈس کے لیے ایکسپلائٹ کیا اور ووٹ لینے کے لیے انہوں نے ڈیم نہیں بنائے. یعنی بات کہاں آئی؟ وہیں. بات پھر نیت پر ہی آئی کہ نیت جو ہے وہ بہت ضروری ہے. اگر ہمارے حکمرانوں کی نیت اچھی ہوتی تو ڈیمز کیوں نہ بنتے؟ نیت ہی نہیں تھی. نیت تو یہ تھی کہ ووٹ لیں، لوگوں کو ورگلائیں اور پاکستان کی بہتری کے لیے کوئی کام نہ ہونے پائے. تو بات ذرا سنجیدہ ہو گئی ہے. پھر وہیں پہ آتے ہیں کہ اصل گل جڑی ہے وہ نیت ہے. اور اگر چاہ بھی کھنڈ نہ پائیے تو پھر چاہ مٹھی نہیں ہوندی، تو کیوں نہ کھنڈ پا ہی لیے. لو میں ہوں چاہ بھی کھنڈ پانا تو میں دیکھنا کہ مینوں کیسی لگتی ہے. تسی سمجھو کہ میں سردار ہاں تو میں ہوں چاہ بھی کھنڈ پا لی ہے، تو پھر میرا ایکسپریشن دیکھنا، تو پھر میں تھوڑے نال باقی گل کراں گا. 1 چمچ پایا ہے اور پھر میں 2 چمچ پائے نے. ہن میں چکھنا وا کہ چاہ کہو جی ہو گئی ہے. لو جی، بھائی واہ بھائی واہ. اب میں آپ کے سامنے چائے پیتا ہوں اور آپ سے درخواست کرتا ہوں کہ آپ جو کام بھی کریں اچھی نیت کے ساتھ کریں. آپ کا بہت بہت شکریہ. خدا حافظ.